5 ਮੇਜਰ ਮਿਸਟੇਕ ਇਨ ਓਪਨ ਵਰਕ ਪਰਮਿਟ ਵਾਲੇ ਟੌਪਿਕ ਨੂੰ ਅੱਗੇ ਵਧਾਉਂਦੇ ਹੋਏ ਅੱਜ ਗੱਲ ਕਰ ਰਹੇ ਹਾਂ ਪਾਰਟ 2 ਦੀ। ਪਾਰਟ 2 ਦੇ ਵਿੱਚ ਆਉਂਦਾ ਹੈ ਫਾਈਨੈਂਸ਼ੀਅਲ ਸਟੇਟਸ। ਸਬ ਸੈਕਸ਼ਨ 200 ਦੇ ਵਿੱਚ ਜੋ ਰਿਫਿਊਜ਼ਲ ਆਉਂਦੀ ਹੈ ਉਸ ਦਾ ਮੇਨ ਰੀਜ਼ਨ ਹੁੰਦਾ ਹੈ ਐਪਲੀਕੈਂਟ ਦਾ ਫਾਈਨੈਂਸ਼ੀਅਲ ਸਟੇਟਸ। ਵੀਜ਼ਾ ਅਫਸਰ ਨੂੰ ਨਹੀਂ ਲੱਗਦਾ ਵੀ ਇਹ ਐਪਲੀਕੈਂਟ ਆਪਦੀ ਕੰਟਰੀ ਦੇ ਵਿੱਚ ਚੰਗੇ ਤਰੀਕੇ ਨਾਲ ਸੈਟਲ ਨਹੀਂ ਹੈਗਾ, ਉਸਦਾ ਫਾਈਨੈਂਸ਼ੀਅਲ ਸਟੇਟਸ ਜਿਹੜਾ ਸਟਰੋਂਗ ਨਹੀਂ ਹੈਗਾ, ਤਾਂ ਉਹ ਇੱਥੇ ਆ ਕੇ ਕੰਮ ਨਹੀਂ ਕਰ ਸਕਦਾ। ਇੱਥੇ ਆ ਕੇ ਵੀ ਉਸਨੇ ਇਸ ਤਰੀਕੇ ਨਾਲ ਹੀ ਫ੍ਰੀ ਰਹਿਣਾ। ਫਾਈਨੈਂਸ਼ੀਅਲ ਸਟੇਟਸ ਬਾਰੇ ਗੱਲ ਕਰੀਏ, ਉਸਨੂੰ ਦੋ ਚੀਜ਼ਾਂ ਡਿਫਾਈਨ ਕਰਨੀਆਂ ਨੇ। ਪਹਿਲਾ ਹੈ ਸੋਰਸ ਆਫ ਇਨਕਮ, ਦੂਸਰਾ ਹੈ ਪ੍ਰੂਫ ਆਫ ਫੰਡ। मतलब सोर्स ऑफ इनकम ਤੁਹਾਡੀ ਇਨਕਮ ਕਿਸ ਸੋਰਸ ਤੋਂ ਆ ਰਹੀ ਹੈ, ਤੁਸੀਂ ਕੰਮ ਕੀ ਕਰ ਰਹੇ ਹੋ। ਦੂਸਰਾ ਤੁਹਾਡੇ ਪ੍ਰੂਫ ਆਫ ਫੰਡ, ਤੁਹਾਡੇ ਅਕਾਊਂਟ ਦੇ ਵਿੱਚ ਕਿੰਨਾ ਪੈਸਾ ਹੈ, ਕਿੰਨੀ ਤੁਸੀਂ ਸੇਵਿੰਗ ਕੀਤੀ ਹੈ। ਹੁਣ ਹੁੰਦਾ ਕੀ ਹੈ, ਮੋਸਟਲੀ ਜੋ ਓਪਨ ਵਰਕ ਪਰਮਿਟ ਦੇ ਐਪਲੀਕੈਂਟ ਹੁੰਦੇ ਹਨ ਜਿਨ੍ਹਾਂ ਦੀ ਵਾਈਫ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਹੁੰਦੀ ਹੈ, ਜ਼ਿਆਦਾਤਰ ਐਗਰੀਕਲਚਰ ਬੈਕਗ੍ਰਾਉਂਡ ਤੋਂ ਆਉਂਦੇ ਹਨ। ਸਾਰੇ ਨਹੀਂ ਮੈਂ ਕਹਿੰਦਾ, ਬਟ ਕਾਫੀ ਐਪਲੀਕੈਂਟ ਐਗਰੀਕਲਚਰ ਬੈਕਗ੍ਰਾਉਂਡ ਤੋਂ ਆਉਂਦੇ ਹਨ ਤੇ ਉਹ ਐਗਰੀਕਲਚਰ ਹੀ ਆਪਦੀ ਐਪਲੀਕੇਸ਼ਨ ਦੇ ਵਿੱਚ ਸ਼ੋ ਕਰ ਦਿੰਦੇ। ਪਹਿਲੀ ਗਲਤੀ ਕਦੋਂ ਹੁੰਦੀ ਹੈ, ਜਦੋਂ ਆਪਣੀ ਮਿਸਿਸ ਦੀ ਫਾਈਲ ਜਾਂ ਆਪਣੇ ਸਪਾਊਸ ਦੀ ਫਾਈਲ ਕੈਨੇਡਾ ਦੇ ਲਈ ਸਟੱਡੀ ਵੀਜ਼ਾ ਲਈ ਲਾਉਂਦੀ ਹੈ। ਜਦੋਂ ਸਪਾਊਸ ਦੀ ਫਾਈਲ ਸਟੱਡੀ ਵੀਜ਼ਾ ਦੇ ਵਿੱਚ ਆਉਂਦੀ ਆ, ਉਸ ਦੇ ਵਿੱਚ ਇੱਕ ਫੈਮਿਲੀ ਇਨਫੋਰਮੇਸ਼ਨ ਫਾਰਮ ਲੱਗਦਾ ਹੈ, IMM 5645E ਉਸ ਫਾਰਮ ਦਾ ਨੇਮ ਹੁੰਦਾ। ਉਸ ਦੇ ਵਿੱਚ ਸਟੂਡੈਂਟ ਨੂੰ ਆਪਣੇ ਸਪਾਊਸ ਦਾ ਆਕੂਪੇਸ਼ਨ ਸ਼ੋ ਕਰਨਾ ਪੈਂਦਾ। ਉੱਥੇ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ। ਜੋ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਹੁੰਦੇ ਆ ਉਹ ਵੀ ਅਗਰ ਓਪਨ ਵਰਕ ਪਰਮਿਟ ਦਾ ਕੰਮ ਨਹੀਂ ਕਰਦੇ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਉਸ ਵਿੱਚ ਉਹ ਐਗਰੀਕਲਚਰ ਸ਼ੋ ਕਰ ਦਿੰਦੇ ਆ। ਜਦੋਂ ਤੁਹਾਡੀ ਸਪਾਊਸ ਦੀ ਐਪਲੀਕੇਸ਼ਨ ਦੇ ਵਿੱਚ ਤੁਸੀਂ ਐਗਰੀਕਲਚਰ ਸ਼ੋ ਕਰਤਾ, 2-3 ਮਹੀਨਿਆਂ ਬਾਅਦ ਆਪਦੀ ਲਾਓਗੇ ਤਾਂ ਤੁਹਾਨੂੰ ਐਗਰੀਕਲਚਰ ਹੀ ਸ਼ੋ ਕਰਨਾ ਪੈਣਾ। ਹੁਣ ਐਗਰੀਕਲਚਰ ਇੱਕ ਅਜਿਹਾ ਆਕੂਪੇਸ਼ਨ ਹੈ ਜਿਸ ਵਿੱਚ ਕੈਨੇਡਾ ਦੇ ਵਿੱਚ ਅਗਰ ਐਗਰੀਕਲਚਰ ਦੇ ਵਰਕ ਪਰਮਿਟ ਤੇ ਜਾਓਗੇ ਤਾਂ ਉੱਥੇ ਤੁਹਾਨੂੰ PR ਨਹੀਂ ਮਿਲੂਗੀ, ਮਤਲਬ ਕਿ ਉਹ ਔਨ ਡਿਮਾਂਡ ਆਕੂਪੇਸ਼ਨ ਲਿਸਟ ਵਿੱਚ ਨਹੀਂ ਆਉਂਦਾ। ਤੇ ਕਿਤੇ ਨਾ ਕਿਤੇ ਅਗਰ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਵਿੱਚ ਤੁਸੀਂ ਐਗਰੀਕਲਚਰ ਸ਼ੋ ਕਰਦੇ ਹੋ, ਜਿਹੜੇ ਤੁਹਾਡੇ ਵੀਜ਼ਾ ਚਾਂਸਸ ਆ ਉਹ ਉਨੇ ਨਹੀਂ ਰਹਿੰਦੇ ਜਿੰਨੇ ਇੱਕ ਜੌਬ ਵਾਲੇ ਬੰਦੇ ਦੇ ਹੁੰਦੇ ਆ। ਸੋ ਜਦੋਂ ਆਪਣੀ ਮਿਸਿਸ ਦੀ ਫਾਈਲ ਤੁਸੀਂ ਜਾਂ ਆਪਣੇ ਸਪਾਊਸ ਦੀ ਫਾਈਲ ਸਟੱਡੀ ਵੀਜ਼ੇ ਦੀ ਲਾਉਂਦੇ ਹੋ ਤਾਂ ਉਸ ਵਿੱਚ ਤੁਹਾਡਾ ਕੀ ਆਕੂਪੇਸ਼ਨ ਸ਼ੋ ਕਰਨਾ ਉਸ ਨੂੰ ਧਿਆਨ ਨਾਲ ਕਰੋ। ਐਗਰੀਕਲਚਰ ਕਰ ਸਕਦੇ ਹੋ ਬਟ ਨਾਲ ਨਾਲ ਆਪਣੀ ਜੌਬ ਜਾਂ ਬਿਜ਼ਨਸ ਵੀ ਸ਼ੋ ਕਰੋ, ਤਾਂ ਜੋ ਤੁਹਾਨੂੰ ਉੱਥੇ ਜਾ ਕੇ ਤੁਸੀਂ ਕਹਿ ਸਕੋ ਵੀ ਅਸੀਂ ਇਸ ਕਿੱਤੇ ਨਾਲ ਜੁੜੇ ਹੋਏ ਹਾਂ, ਮੈਂ ਆਹ ਜੌਬ ਕਰਦਾ, ਤਾਂ ਅਗਰ ਮੈਂ ਕੈਨੇਡਾ ਆਊਂਗਾ ਤਾਂ ਮੈਂ ਉੱਥੇ ਵੀ ਆ ਕੇ ਇਸ ਤਰੀਕੇ ਦੀ ਜੌਬ ਕਰੂੰਗਾ। ਕੈਨੇਡਾ ਗਵਰਨਮੈਂਟ ਨੂੰ ਵੀ ਉਸ ਤਰੀਕੇ ਤੋਂ ਜੋ ਹੈ ਬੈਨੀਫਿਟ ਮਿਲੇਗਾ। ਦੂਸਰਾ ਜੋ ਮੇਨ ਰੀਜ਼ਨ ਹੈ ਉਹ ਹੈ ਫਾਈਨੈਂਸ਼ੀਅਲ ਸਟੇਟਸ। ਹੁਣ ਹੁੰਦਾ ਕੀ ਹੈ, ਜਿੰਨੀ ਕੁ ਆਪਣੀ ਇਨਕਮ ਹੁੰਦੀ ਹੈ ਉਨੇ ਕੁ ਆਪਾਂ ਫੰਡ ਸ਼ੋ ਕਰਨੇ ਹੁੰਦੇ ਆ। ਮੰਨ ਕੇ ਚੱਲੋ 5 ਤੋਂ 6 ਲੱਖ 7 ਲੱਖ ਅਗਰ ਤੁਹਾਡੀ ਇਨਕਮ ਆ, 6-7 ਲੱਖ ਰੁਪਏ ਤੁਹਾਨੂੰ ਫੰਡ ਸ਼ੋ ਕਰਨੇ ਪੈਂਦੇ ਆ ਆਪਣੀ ਐਪਲੀਕੇਸ਼ਨ ਦੇ ਨਾਲ। ਹੁਣ ਆਪਣੇ ਇੱਥੇ ਕੀ ਗਲਤੀ ਹੁੰਦੀ ਹੈ, ਮੋਸਟਲੀ ਪੈਸਾ ਪਾਉਂਦੇ ਨੇ, ਉਸ ਦਾ ਬੈਲੈਂਸ ਸਰਟੀਫਿਕੇਟ ਐਪਲੀਕੇਸ਼ਨ ਨਾਲ ਲਾ ਕੇ ਐਪਲੀਕੇਸ਼ਨ ਸਬਮਿਟ ਕਰ ਦਿੰਦੇ ਹਨ। ਜਿੰਨੀਆਂ ਐਪਲੀਕੇਸ਼ਨਾਂ ਦੇ ਨਾਲ ਬੈਲੈਂਸ ਸਰਟੀਫਿਕੇਟ ਲੱਗਿਆ ਸਾਰਿਆਂ ਦਾ ਰਿਫਿਊਜ਼ਲ ਹੀ ਆਉਂਦੀ ਹੈ, ਕਿਉਂਕਿ ਗਵਰਨਮੈਂਟ ਆਫ ਕੈਨੇਡਾ ਨੂੰ ਮਤਲਬ ਹੈ ਟ੍ਰਾਂਜੈਕਸ਼ਨ ਤੱਕ, ਤੁਹਾਡਾ ਲੈਣ ਦੇਣ, ਤੁਹਾਡੀ ਹੋਮ ਕੰਟਰੀ ਨਾਲ ਤੁਹਾਡੇ ਟਾਈਸ ਕਿੱਦਾਂ ਦੇ ਨੇ। ਟਾਈਸ ਕਿੱਥੋਂ ਪਤਾ ਲੱਗਦੇ ਨੇ? ਆਪਣੀ ਬੈਂਕਿੰਗ ਤੋਂ। ਤੁਹਾਡੀਆਂ ਟ੍ਰਾਂਜੈਕਸ਼ਨਾਂ ਕਿਸ ਤਰੀਕੇ ਨਾਲ ਹੋ ਰਹੀਆਂ ਹਨ, ਤੁਹਾਡਾ ਲੈਣ ਦੇਣ ਉਹਨਾਂ ਨੂੰ ਸ਼ੋ ਕਰਨਾ ਪੈਂਦਾ। ਇਦਾਂ ਨਹੀਂ ਹੋਊਗਾ ਵੀ ਤੁਸੀਂ ਪੈਸਾ ਪਾਇਆ ਅਕਾਊਂਟ ਦੇ ਵਿੱਚ, ਇਕੱਠੀਆਂ ਟ੍ਰਾਂਜੈਕਸ਼ਨਾਂ 2 ਲੱਖ ਦੀ ਕੀਤੀ, 1 ਲੱਖ ਦੀ ਕੀਤੀ, 3 ਲੱਖ ਦੀ ਕੀਤੀ, 6 ਲੱਖ ਰੁਪਏ ਪਵਾ ਕੇ ਤੁਸੀਂ ਸਟੇਟਮੈਂਟ ਲਾਤੀ, ਤੁਹਾਨੂੰ ਵੀਜ਼ਾ ਮਿਲ ਜੂ। ਨਹੀਂ, ਤੁਹਾਨੂੰ ਐਟਲੀਸਟ ਤੁਹਾਡਾ 2-3 ਮਹੀਨਿਆਂ ਦਾ ਫਾਈਨੈਂਸ਼ੀਅਲ ਸਟੇਟਸ, ਤੁਹਾਡੀਆਂ ਟ੍ਰਾਂਜੈਕਸ਼ਨਾਂ ਸਟਰੋਂਗ ਕਰਨੀਆਂ ਪੈਣਗੀਆਂ। ਕਲੋਜ਼ਿੰਗ ਬੈਲੈਂਸ 5 ਤੋਂ 6 ਲੱਖ ਆਪਣੇ ਅਕਾਊਂਟ ਦੇ ਵਿੱਚ ਰੱਖੋ, ਬਟ ਨਾਲ ਨਾਲ ਡੇਲੀ ਬੇਸਿਸ ਤੇ ਟ੍ਰਾਂਜੈਕਸ਼ਨ ਕਰੋ। ਜਿੰਨੀਆਂ ਵੱਧ ਟ੍ਰਾਂਜੈਕਸ਼ਨ ਹੋਣੀਆਂ ਉਨੇ ਤੁਹਾਡੇ ਵੀਜ਼ਾ ਚਾਂਸਸ ਹਾਈ ਹੋਣਗੇ। ਹੁਣ ਪ੍ਰੂਫ ਆਫ ਫਾਈਨੈਂਸ਼ੀਅਲ ਸਟੇਟਸ, ਜੋ ਪ੍ਰੂਫ ਆਫ ਰਿਲੇਸ਼ਨਸ਼ਿਪ ਤੋਂ ਬਾਅਦ ਮੇਨ ਦੂਜਾ ਰੀਜ਼ਨ ਹੈ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਦੇ ਵਿੱਚ ਰਿਫਿਊਜ਼ਲ ਦਾ। ਸੋ ਧਿਆਨ ਨਾਲ ਇਸ ਵੀਡੀਓ ਨੂੰ ਸੁਣੋ, ਐਂਡ ਅਗਰ ਤੁਸੀਂ ਆਪਣੀ ਐਪਲੀਕੇਸ਼ਨ ਪ੍ਰਪੇਅਰ ਕਰ ਰਹੇ ਹੋ ਤਾਂ ਪਹਿਲਾਂ ਹੀ ਉਸ ਤਰੀਕੇ ਦੇ ਵਿੱਚ ਆਪਣੀ ਐਪਲੀਕੇਸ਼ਨ ਦੇ ਵਿੱਚ ਇਹਨਾਂ ਨੂੰ ਐਪਲੀਕੇਬਲ ਕਰੋ। ਧੰਨਵਾਦ।